जुड़े हुए हो तुसीं साडे नाल काफ़ी लंबे समय तो। ਆਪਾਂ ਸਮੇਂ-ਸਮੇਂ 'ਤੇ ਵੱਖ-ਵੱਖ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਦੇ ਆ ਰਹੇ ਹਾਂ ਤੇ ਆਪਣਾ ਇਹ ਜਿਹੜਾ ਖਾਸ ਪ੍ਰੋਗਰਾਮ ਚੱਲ ਰਿਹਾ ਹੈ 400 ਸਾਲਾ ਜਨਮ ਸ਼ਤਾਬਦੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਸ਼ਬਦਾਂ ਦੇ ਵਿਚਾਰ ਵਿੱਚ ਆਪਾਂ ਲੱਗੇ ਹੋਏ ਹਾਂ। ਪਿਛਲੇ ਹਿੱਸੇ ਵਿੱਚ ਆਪ ਜੀ ਸਰਵਣ ਕਰਕੇ ਆਏ ਹੋ ਆਸਾ ਰਾਗ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦਾ 10ਵਾਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਸ ਨੂੰ ਦਰਜ ਕੀਤਾ ਗਿਆ। ਤੇ ਅਗਲਾ ਸ਼ਬਦ ਹੈ ਦੇਵ ਗੰਧਾਰੀ ਵਿੱਚ, ਰਾਗ ਦੇਵ ਗੰਧਾਰੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ 3 ਸ਼ਬਦ ਆਪਾਂ ਨੂੰ ਪ੍ਰਾਪਤ ਹੁੰਦੇ ਨੇ। ਆਪਾਂ ਕੋਸ਼ਿਸ਼ ਕਰਾਂਗੇ ਜਿੰਨਾ ਕੁ ਹੋ ਸਕਿਆ ਸਮੇਂ ਵਿੱਚ ਰਹਿੰਦੇ ਹੋਏ ਆਪਾਂ ਸ਼ਬਦ ਦੀ ਵਿਚਾਰ ਕਰ ਸਕੀਏ। ਸੋ ਆਓ, ਤੁਸੀਂ ਵੇਖ ਰਹੇ ਹੋ YouTube ਚੈਨਲ ਜਸਵਿੰਦਰ ਸਿੰਘ ਬਡਰੁੱਖਾਂ ਤੇ ਮੈਂ ਜਸਵਿੰਦਰ ਸਿੰਘ ਫਤਿਹ ਦੀ ਸਾਂਝ ਪਾ ਕੇ ਵਿਚਾਰ ਆਪਾਂ ਸ਼ੁਰੂ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਦੇਵ ਗੰਧਾਰੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਜਿਵੇਂ ਮੈਂ ਪਹਿਲਾਂ ਦੱਸਿਆ 3 ਸ਼ਬਦ ਪ੍ਰਾਪਤ ਹੁੰਦੇ ਆ। ਪਹਿਲਾ ਸ਼ਬਦ ਆਪਾਂ ਇਸ ਦਾ ਪਾਠ ਕਰਾਂਗੇ, ਫਿਰ ਆਪਾਂ ਇਸ ਦਾ ਉਚਾਰਨ ਅਤੇ ਅਰਥ ਭਾਵਾਂ ਨੂੰ ਸਮਝਣ ਦਾ ਯਤਨ ਕਰਾਂਗੇ। ਰਾਗ ਦੇਵ ਗੰਧਾਰੀ ਮਹਲਾ 9ਵਾਂ। 9ਵੇਂ ਮਹਲ ਦੇਵ ਗੰਧਾਰੀ ਰਾਗ ਦੇ ਵਿੱਚ ਲਿਖਦੇ ਹਨ। ਯਹ ਮਨ ਨੈਕ ਨਾ ਕਹਿਓ ਕਰੈ, ਸੀਖ ਸਿਖਾਏ ਰਹਿਓ ਆਪਣੀ ਸੀ, ਦੁਰਮਤ ਤੇ ਨਾ ਟਰੈ ਰਹਾਓ। ਮਦ ਮਾਇਆ ਕੈ ਭਇਓ ਬਾਬਰੋ, ਹਰ ਜਸ ਨਹ ਉਚਰੈ, ਕਰ ਪਰਪੰਚ ਜਗਤ ਕੋ ਡਹਿਕੈ, ਆਪਣੋ ਉਦਰ ਭਰੈ। ਸਵਾਨ ਪੂਛ ਜਿਉ ਹੋਏ ਨਾ ਸੂਧੋ, ਕਹਿਓ ਨਾ ਕਾਨ ਧਰੈ, ਕਹੋ ਨਾਨਕ ਰਾਮ ਨਾਮ ਭਜ ਰਾਮ ਨਾਮ ਨਿਤ, ਜਾਤੇ ਕਾਜ ਸਰੈ। ਮੈਂ ਅੰਤਲੀ ਪੰਕਤੀ ਦੁਬਾਰਾ ਪੜ੍ਹਨ ਲੱਗਿਆ। ਕਹੋ ਨਾਨਕ ਭਜ ਰਾਮ ਨਾਮ ਨਿਤ, ਜਾਤੇ ਕਾਜ ਸਰੈ। ਸੋ ਇਹ ਹੈ 11 ਨੰਬਰ ਸ਼ਬਦ ਦੇਵ ਗੰਧਾਰੀ ਵਿੱਚੋਂ ਪਹਿਲਾ ਸ਼ਬਦ ਗੁਰੂ ਤੇਗ ਬਹਾਦਰ ਜੀ ਦਾ। ਸਤਿਗੁਰੂ ਜੀ ਦੇ ਇਸ ਸ਼ਬਦ ਦੀ ਆਪਾਂ ਉਚਾਰਨ ਦੇ ਪੱਖ ਤੋਂ ਗੱਲ ਕਰ ਲਈਏ। ਯਹ ਮਨ ਨੈਕ ਨਾ ਕਹਿਓ ਕਰੈ। ਯਹ ਮਨ, ਇੱਥੇ ਵਿਸ਼ਰਾਮ ਦੇਣਾ ਆ। ਯਹ ਸ਼ਬਦ ਹੈਗਾ ਜਿਹੜਾ ਮਨ ਦੇ ਨਾਲ ਲੱਗ ਕੇ ਆਇਆ ਹੋਇਆ, ਵਿਸ਼ੇਸ਼ਣ ਰੂਪ ਦੇ ਵਿੱਚ ਲੱਗ ਕੇ ਆਇਆ। ਯਹ ਮਨ ਨਿਸ਼ਚਿਤ ਵਿਸ਼ੇਸ਼ਣ, ਮਨ ਤੇ ਵਿਸ਼ਰਾਮ ਦੇਣਾ। ਸੀਖ ਸਿਖਾਏ ਰਹਿਓ ਆਪਣੀ ਸੀ, ਇੱਥੇ ਵਿਸ਼ਰਾਮ ਦੇਣਾ। ਦੁਰਮਤ ਤੇ ਨਾ ਟਰੈ, ਮਦ ਮਾਇਆ ਕਹਿ ਭਇਓ ਬਾਬਰੋ। ਮਦ ਮਾਇਆ ਕਹਿ ਨਾ ਪੜਿਓ। ਮਦ ਦਾ ਅਰਥ ਹੁੰਦਾ ਵਿਚਕਾਰ, ਮਦ ਦਾ ਅਰਥ ਹੁੰਦਾ ਨਸ਼ਾ। ਮੰਮਾ ਦਾ ਮਦ, ਨਸ਼ਾ। ਮਦ ਮਾਇਆ ਕਹਿ ਭਇਓ ਬਾਬਰੋ, ਇੱਥੇ ਵਿਸ਼ਰਾਮ। ਹਰ ਜਸ ਨਹ ਉਚਰੈ, ਕਰ ਪਰਪੰਚ ਜਗਤ ਕੋ ਡਹਕੈ, ਇੱਥੇ ਵਿਸ਼ਰਾਮ। ਆਪਣੋ ਉਦਰ ਭਰੈ, ਇੱਦਾਂ ਪੜ੍ਹਨਾ। ਸਵਾਨ ਪੂਛ ਜਿਉ ਹੋਏ ਨਾ ਸੂਧੋ, ਇੱਥੇ ਵਿਸ਼ਰਾਮ ਦੇਣਾ। ਕਹਿਓ ਨਾ ਕਾਨ ਧਰੈ, ਕਹੋ ਨਾਨਕ ਭਜ ਰਾਮ ਨਾਮ ਨਿਤ, ਜਾਂ ਤੇ ਕਾਜ ਸਰੈ। ਸੋ ਇੱਦਾਂ ਇਸ ਸ਼ਬਦ ਦਾ ਆਪ ਜੀ ਨੇ ਪਾਠ ਕਰਨਾ ਆ ਤੇ ਆਪਾਂ ਇਸ ਦੀ ਵਿਚਾਰ ਨਾਲ ਜੁੜਦੇ ਹਾਂ। ਯਹ ਮਨ ਨੈਕ ਨਾ ਕਹਿਓ ਕਰੈ। ਗੁਰੂ ਸਾਹਿਬ ਕਹਿੰਦੇ ਮਨੁੱਖੀ ਮਨ ਦੀ ਇਹ ਹਾਲਤ ਹੋਈ ਪਈ ਹੈ। ਮਨ ਉੱਪਰ ਗੁਰੂ ਤੇਗ ਬਹਾਦਰ ਜੀ ਨੇ ਬੜਾ ਕੰਮ ਕੀਤਾ। ਬਾਣੀ ਵਿੱਚ ਮਨ ਉੱਪਰ ਬੜਾ ਕੰਮ ਹੋਇਆ ਪਿਆ, ਕਿਉਂਕਿ ਜਦੋਂ ਤੱਕ ਸਾਡੀ ਮੈਂਟਲੀ ਪੋਜੀਸ਼ਨ ਹੈ ਜਿਹੜੀ ਉਹ ਤਕੜੀ ਨਹੀਂ ਹੁੰਦੀ, ਉਹ ਨਰੋਈ ਨਹੀਂ ਹੁੰਦੀ, ਉਦੋਂ ਤੱਕ ਅਸੀਂ ਫਿਜ਼ੀਕਲੀ ਤਕੜੇ ਨਹੀਂ ਹੋ ਸਕਦੇ। ਸਰੀਰ ਜਿੰਨਾ ਵੀ ਬਲਵਾਨ ਕਿਉਂ ਨਾ ਹੋਵੇ, ਜੇ ਮਨ ਤਕੜਾ ਨਹੀਂ ਹੈ ਤੇ ਉਹ ਬਲਵਾਨ ਸਰੀਰ ਵੀ ਕੋਈ ਅਰਥ ਨਹੀਂ ਰੱਖਦਾ। ਜੇ ਮਨ ਤਕੜਾ ਆ ਤਾਂ ਤਕੜਾ ਮਨ ਕਮਜ਼ੋਰ ਸਰੀਰ ਦੇ ਨਾਲ ਵੀ ਕਾਫੀ ਕੁਝ ਕਰ ਸਕਦਾ ਹੈ। ਮਹਾਰਾਜ ਕਹਿੰਦੇ ਯਹ ਮਨ ਨੈਕ ਨਾ ਕਹਿਓ ਕਰੈ। ਮਨੁੱਖਾਂ ਦੀ ਹਾਲਤ ਗੁਰੂ ਪਾਤਸ਼ਾਹ ਕਹਿੰਦੇ ਅਸੀਂ ਵੇਖਦੇ ਹਾਂ ਐਸੀ ਹੋਈ ਪਈ ਆ ਬਈ ਮਨੁੱਖ ਦਾ ਇਹ ਜਿਹੜਾ ਮਨ ਆ, ਨੈਕ ਨਾ ਕਹਿਓ ਕਰੈ, ਸੁਣ ਤੇ ਲੈਂਦਾ ਪਰ ਮੰਨਦਾ ਨਹੀਂ ਹੈ। ਨੈਕ ਦਾ ਅਰਥ ਇੱਕ ਵੀ ਕਹੀ ਹੋਈ ਗੱਲ ਉੱਪਰ ਇਤਬਾਰ ਨਹੀਂ ਕਰਦਾ, ਮੰਨਦਾ ਨਹੀਂ ਹੈ। ਜੇ ਮੰਨ ਲਏ ਫਿਰ ਤਾਂ ਗੱਲ ਹੀ ਬਣ ਜੇ। ਪੜ੍ਹਦੇ ਆ ਨਾ ਆਪਾਂ, ਜੇ ਕੋ ਮਨ ਜਾਣੈ ਮਨ ਕੋਏ। ਜੇ ਕੋਈ ਮੰਨ ਕੇ ਜਾਣ ਲਏ, ਮੰਨ ਲਵੇ, ਆਪਣੇ ਮਨ ਵਿੱਚ ਮੰਨ ਲਵੇ, ਗੱਲ ਨੂੰ ਸਵੀਕਾਰ ਕਰਨਾ ਹੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਸਾਧ ਸੰਗਤ। ਜੇ ਗੱਲ ਨੂੰ ਸਵੀਕਾਰ ਕਰਨ ਦੀ ਜਾਂਚ ਸਾਨੂੰ ਆ ਗਈ, ਫਿਰ ਅਸੀਂ ਉਸ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਸਕਦੇ ਹਾਂ। ਸਮਝਣ ਦਾ ਅਰਥ ਹੁੰਦਾ ਆ ਸਵੀਕਾਰ ਕਰਨਾ, ਲਾਗੂ ਕਰਨਾ। ਜੇ ਇੰਪਲੀਮੈਂਟ ਨਹੀਂ ਹੋਇਆ ਤਾਂ ਇਹਦਾ ਮਤਲਬ ਨਾ ਸੁਣਿਆ ਗਿਆ ਨਾ ਸਮਝਿਆ ਗਿਆ। ਉਦਾਹਰਣ ਰੂਪ ਦੇ ਵਿੱਚ ਆਪ ਜੀ ਸਮਝ ਲਓ, ਬੱਚੇ ਨੇ ਕਲਾਸ ਵਿੱਚ ਬੈਠੇ ਨੇ, ਸ਼ੋਰ ਕਰ ਰਹੇ ਨੇ, ਰੌਲਾ ਪਾ ਰਹੇ ਨੇ ਤੇ ਟੀਚਰ ਉਹਨਾਂ ਨੂੰ ਆਖਦਾ ਵੀ ਚੁੱਪ ਕਰੋ। ਹੁਣ ਜੇ ਤੇ ਟੀਚਰ ਦੀ ਕਹੀ ਗੱਲ ਉੱਪਰ ਅਮਲ ਹੋ ਗਿਆ, ਬੱਚਿਆਂ ਨੇ ਇੰਪਲੀਮੈਂਟ ਕਰ ਲਿਆ ਆਪਣੇ ਉੱਪਰ ਤੇ ਚੁੱਪ ਕਰ ਗਏ, ਇਹਦਾ ਮਤਲਬ ਉਹਨਾਂ ਨੇ ਸੁਣ ਵੀ ਲਿਆ, ਸਮਝ ਵੀ ਲਿਆ। ਤੇ ਜੇ ਉਹਨਾਂ ਨੇ ਇੰਪਲੀਮੈਂਟ ਨਾ ਕੀਤਾ ਤੇ ਉਦਾਂ ਹੀ ਆਪਣਾ ਸ਼ੋਰ ਕਰੀ ਗਏ, ਫਿਰ ਟੀਚਰ ਦੁਬਾਰਾ ਆਖਦਾ ਤੁਹਾਨੂੰ ਸੁਣਿਆ ਨਹੀਂ ਮੈਂ ਕੀ ਆਖਿਆ। ਸੁਣ ਤੇ ਲਿਆ, ਅਸਲ ਵਿੱਚ ਉਹਨਾਂ ਮੰਨਿਆ ਨਹੀਂ। ਬਸ ਸੰਸਾਰ ਵਿੱਚ ਨਾ ਇੱਦਾਂ ਹੀ ਹੁੰਦਾ ਵਧੇਰੇ ਕਰਕੇ।
ਧਰਮ ਦੀ ਦੁਨੀਆ ਵਿੱਚ ਸੁਣ ਤਾਂ ਲੈਂਦੇ ਆ ਲੋਕੀ, ਪਰ ਮੰਨਦੇ ਬਹੁਤ ਘੱਟ ਨੇ, ਸਮਝਦੇ ਬਹੁਤ ਘੱਟ ਨੇ। ਕਈ ਸਮਝ ਵੀ ਲੈਂਦੇ ਆ, ਫਿਰ ਵੀ ਨਹੀਂ ਮੰਨਦੇ। ਮੁੱਕਦੀ ਹੈ ਗੱਲ ਸਾਰੀ ਆ ਕੇ ਮੰਨਣ 'ਤੇ। ਜਦੋਂ ਅਸੀਂ ਮੰਨ ਲੈਂਦੇ ਹਾਂ, ਫਿਰ ਹੀ ਸਾਡੀ ਜ਼ਿੰਦਗੀ 'ਚ ਤਬਦੀਲੀ ਆਉਂਦੀ ਹੈ, ਫਿਰ ਹੀ ਸਾਡਾ ਜੀਵਨ ਉਸ ਰਸਤੇ 'ਤੇ ਤੁਰਦਾ ਆ ਜਿਸ ਰਸਤੇ ਨੂੰ ਅਸੀਂ ਸਵੀਕਾਰ ਕਰ ਲੈਂਦੇ ਹੁੰਦੇ ਹਾਂ। ਗੱਲ ਤਾਂ ਮੰਨਣ ਦੀ ਆ, ਜੇ ਮੰਨ ਲਿਆ ਤਾਂ ਗੱਲ ਬਣ ਗਈ, ਜੇ ਨਹੀਂ ਮੰਨਿਆ ਫਿਰ ਨਹੀਂ ਬਣੀ। ਗੁਰੂ ਸਾਹਿਬ ਨੇ ਤੇ ਬਾਣੀ ਵਿੱਚ ਕਹਿ ਦਿੱਤਾ ਵੀ ਨਸ਼ਾ ਨਹੀਂ ਕਰਨਾ, ਇਤ ਮਦ ਪੀਤੇ ਨਾਨਕਾ ਬਹੁਤੇ ਖੱਟੀਆਂ ਬੇਕਾਰ। ਹੁਣ ਇਹ ਸੁਣਨ ਵਾਲੇ 'ਤੇ ਨਿਰਭਰ ਕਰਦਾ ਆ ਵੀ ਉਹ ਸੁਣ ਕੇ ਇਸ ਨੂੰ ਮੰਨਦਾ ਕਿ ਸੁਣ ਕੇ ਛੱਡ ਜਾਂਦਾ। ਕਿਉਂਕਿ ਗੁਰਬਾਣੀ ਦਾ ਇੱਕ ਬਚਨ ਇਹ ਵੀ ਆਉਂਦਾ ਬਈ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ। ਮਨ ਜਾਣਦਾ ਤੇ ਹੈ ਸਾਰੀਆਂ ਗੱਲਾਂ ਨੂੰ, ਸਭ ਕੁਝ ਜਾਣਦਾ ਆ, ਪਰ ਜਾਣਦਾ ਹੋਇਆ ਵੀ ਮੰਨਣ ਦੀ ਕੋਸ਼ਿਸ਼ ਨਹੀਂ ਕਰਦਾ। ਮਨ ਜਾਣਤ ਸਭ ਬਾਤ, ਜਾਣਦਾ ਕਿ ਇਹਨੂੰ ਪਤਾ ਨਹੀਂ ਵੀ ਝੂਠ ਬੋਲਣਾ ਗਲਤ ਗੱਲ ਹੈ, ਪਤਾ ਨਾ, ਕੀ ਇਹਨੂੰ ਪਤਾ ਨਹੀਂ ਵੀ ਚੋਰੀ ਕਰਨਾ ਮਾੜੀ ਗੱਲ ਹੈ, ਪਤਾ ਆ, ਪਰ ਕੀ ਇਹ ਮਨ ਹਟਦਾ। ਮੈਂ ਜਿਹੜੇ ਤੁਸੀਂ ਸੁਣ ਰਹੇ ਹੋ ਸਕਦਾ ਤੁਸੀਂ ਚੰਗੇ ਹੋਵੋ, ਪਰ ਬਾਕੀ ਜੋ ਆਲੇ ਦੁਆਲੇ ਵਿੱਚ ਤੁਹਾਡੀ ਸੁਸਾਇਟੀ ਵਿੱਚ ਮਾੜੇ ਲੋਕ ਆ, ਕੀ ਉਹਨਾਂ ਨੂੰ ਨਹੀਂ ਪਤਾ ਹੋਣਾ? ਜਦੋਂ ਉਹ ਇਕੱਠੇ ਹੁੰਦੇ ਹੋਣਗੇ ਸੁਸਾਇਟੀ ਵਿੱਚ, ਬੜੀਆਂ ਚੰਗੀਆਂ ਚੰਗੀਆਂ ਗੱਲਾਂ ਕਰਦੇ ਹੋਣਗੇ, ਤੁਸੀਂ ਮਨ ਵਿੱਚ ਤੇ ਆਖਦੇ ਹੋਵੋਗੇ ਨਾ ਵੀ ਆਹ ਵੇਖ ਇੱਥੇ ਤੇ ਕਿੰਨੀਆਂ ਚੰਗੀਆਂ ਗੱਲਾਂ ਕਰਦਾ, ਪਰ ਜਦੋਂ ਆਪਣੇ ਦਫ਼ਤਰ ਹੁੰਦਾ, ਜਦੋਂ ਆਪਣੇ ਕੰਮ ਤੇ ਹੁੰਦਾ, ਉਦੋਂ ਗੱਲ ਹੁੰਦੀ ਇੰਪਲੀਮੈਂਟ ਕਰਨਾ, ਲਾਗੂ ਕਰਨਾ, ਅਪਣਾਉਣਾ, ਧਾਰਨ ਕਰਨਾ। ਗੁਰਬਾਣੀ ਨੂੰ ਪੜ੍ਹਨਾ, ਗੁਰਬਾਣੀ ਨੂੰ ਸੁਣਨਾ, ਇਹ ਬਹੁਤ ਲੋਕਾਂ ਦੇ ਹਿੱਸੇ ਵਿੱਚ ਆ ਜਾਂਦਾ ਆ, ਪਰ ਗੁਰੂ ਦੀ ਕਹੀ ਹੋਈ ਗੱਲ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ, ਅਪਣਾਉਣਾ, ਮੰਨਣਾ, ਇਹ ਬਹੁਤ ਥੋੜ੍ਹੇ ਲੋਕਾਂ ਦੇ ਹਿੱਸੇ ਆਉਂਦਾ। ਬਹੁਤ ਘੱਟ ਦੇ ਹਿੱਸੇ ਇਹ ਗੱਲ ਆਇਆ ਕਰਦੀ ਹੈ। ਜਿਨ੍ਹਾਂ ਦੇ ਹਿੱਸੇ ਆ ਜਾਇਆ ਕਰਦੀ ਹੈ, ਅਸਲ ਵਿੱਚ ਉਹੀ ਭਾਗਾਂ ਵਾਲੇ ਹੋਇਆ ਕਰਦੇ ਨੇ, ਉਹੀ ਚੰਗੇ ਹੋਇਆ ਕਰਦੇ ਨੇ। ਸੋ ਮਹਾਰਾਜ ਕਹਿੰਦੇ ਮਨੁੱਖੀ ਮਨ ਦੀ ਹਾਲਤ ਐਸੀ ਵੇਖਣ ਵਿੱਚ ਆਈ ਹੈ ਬਈ ਯਹ ਮਨ ਨੈਕ ਨਾ ਕਹਿਓ ਕਰੈ। ਇਹ ਮਨ ਕਹੀ ਹੋਈ ਗੱਲ ਨੂੰ 1% ਵੀ ਨਹੀਂ ਮੰਨਦਾ, ਇੱਕ ਵੀ ਗੱਲ ਨੂੰ ਮੰਨਣ ਲਈ ਇਹ ਤਿਆਰ ਨਹੀਂ ਹੁੰਦਾ। ਸੀਖ ਸਿਖਾਏ ਰਹਿਓ ਆਪਣੀ ਸੀ, ਆਪਣੀਆਂ ਸਿੱਖਿਆਵਾਂ ਸਿਖਾ ਸਿਖਾ ਕੇ ਰਹਿ ਜਾਂਦੇ ਆ। ਦੁਰਮਤ ਤੇ ਨਾ ਟਰੈ, ਫਿਰ ਵੀ ਇਹ ਭੈੜੀ ਮੱਤ ਤੋਂ ਹਟਦਾ ਨਹੀਂ, ਟਲਦਾ ਨਹੀਂ ਮਾੜੇ ਕੰਮ ਕਰਨੋਂ। ਸਿੱਖਿਆ ਤੇ ਬੜੀ ਦੇ ਲਈ, ਪਰ ਟਲਦਾ ਨਹੀਂ। ਕਿਉਂ ਨਹੀਂ ਟਲਦਾ? ਕਿਉਂਕਿ ਮੰਨਦਾ ਨਹੀਂ, ਉਸ ਨੂੰ ਲਾਗੂ ਨਹੀਂ ਕਰਦਾ। ਸੁਣ ਵੀ ਲਿਆ, ਸਮਝ ਵੀ ਲਿਆ, ਪਰ ਮੰਨਣ ਨੂੰ ਤਿਆਰ ਨਹੀਂ। ਮੰਨਣ ਦੇ ਲਈ ਕੀ ਕਰਨਾ ਪਏਗਾ? ਆਪਣੀ ਮੱਤ ਛੱਡਣੀ ਪਏਗੀ ਤੇ ਗੁਰੂ ਦੀ ਮੱਤ ਧਾਰਨ ਕਰਨੀ ਪਏਗੀ। ਬਸ ਇੱਥੇ ਆ ਕੇ ਕਈ ਵਾਰੀ ਪੰਗਾ ਛਿੜ ਜਾਂਦਾ ਆ, ਲੋਕੀ ਆਪਣੀ ਮੱਤ ਛੱਡਣ ਨੂੰ ਤਿਆਰ ਨਹੀਂ ਹੁੰਦੇ। ਸੋ ਗੁਰੂ ਸਾਹਿਬ ਕਹਿਣ ਲੱਗੇ ਸੀਖ ਸਿਖਾਏ ਰਹਿਓ ਆਪਣੀ ਸੀ, ਆਪਣੇ ਵੱਲੋਂ ਤੇ ਸਿੱਖਿਆ ਸਿਖਾ ਸਿਖਾ ਕੇ ਰਹਿ ਗਏ ਆ। ਬੜਾ ਲੋਕਾਂ ਨੂੰ ਦੱਸਦੇ ਆ, ਸਮਝਾਉਂਦੇ ਆ, ਦੁਰਮਤ ਤੇ ਨਾ ਟਰੈ। ਫਿਰ ਵੀ ਕਈ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦਾ ਮਨ ਦੁਰਮਤ ਵਾਲੇ ਪਾਸਿਓਂ, ਮਾੜੇ ਕੰਮ ਕਰਨ ਵਾਲੇ ਪਾਸਿਓਂ ਹਟਦਾ ਹੀ ਨਹੀਂ, ਕਰੀਏ ਜਾਂਦੇ ਆ। ਗੁਰਬਾਣੀ ਕਹਿੰਦੀ ਆ ਭਾਈ ਫਿਰ ਉੱਥੇ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗ ਗਈ, ਜੋ ਬਾਂਸ ਵਜਾਈਆ ਫੂਕ। ਉੱਥੇ ਫਿਰ ਜਦੋਂ ਕਚਿਆਰ ਨੇ, ਜਦੋਂ ਸਿੱਖ ਹੀ ਕਚਿਆਰ ਨੇ, ਸਚਿਆਰ ਨਹੀਂ ਨੇ, ਤੇ ਉੱਥੇ ਫਿਰ ਗੁਰੂ ਵੀ ਕੀ ਕਰੇ? ਸਾਚਾ ਸਤਿਗੁਰ ਕਿਆ ਕਰੇ? ਦੱਸੋ ਸੱਚਾ ਸਤਿਗੁਰੂ ਕੀ ਕਰੇ? ਜੋ ਸਿੱਖਾਂ ਮੈਂ ਚੂਕ, ਜਿਹੜੇ ਸਾਹਮਣੇ ਬੈਠੇ, ਜਦੋਂ ਉਹਨਾਂ ਦੇ ਜੀਵਨ ਵਿੱਚ ਚੂਕ ਆ, ਘਾਟ ਆ। ਚੂਕ ਦਾ ਅਰਥ ਕੀ ਹੈ ਬਈ ਉਹ ਮੰਨਣ ਨੂੰ ਤਿਆਰ ਨਹੀਂ, ਗੱਲ ਮੰਨਦੇ ਨਹੀਂ। ਉਹ ਸੁਣਦੇ ਨੇ, ਪਾਠ ਇੱਦਾਂ ਹੱਥ ਜੋੜ ਕੇ ਅੱਖਾਂ ਬੰਦ ਕਰਕੇ ਸੁਣ ਲੈਣਗੇ, ਕਥਾ ਕੀਰਤਨ ਇੱਦਾਂ ਸੁਣ ਲੈਣਗੇ, ਪਰ ਜਦੋਂ ਮੰਨਣ ਦੀ ਗੱਲ ਆਉਂਦੀ ਨਾ, ਜ਼ਿੰਦਗੀ 'ਚ ਲਾਗੂ ਕਰਨ ਦੀ ਗੱਲ ਆਉਂਦੀ, ਉਦੋਂ ਬੜੇ ਲੋਕੀ ਉੱਥੋਂ ਪਿੱਛੇ ਹਟ ਜਾਂਦੇ ਆ, ਪਰੇ ਦੌੜ ਜਾਂਦੇ ਆ। ਸੋ ਗੁਰੂ ਸਾਹਿਬ ਕਹਿੰਦੇ ਸੀਖ ਸਿਖਾਏ ਰਹਿਓ ਆਪਣੀ ਸੀ, ਦੁਰਮਤ ਤੇ ਨਾ ਟਰੈ। ਬੜਿਆਂ ਨੂੰ ਸਿੱਖਿਆ ਦਿੱਤੀ ਆ, ਪਰ ਉਹਨਾਂ 'ਚੋਂ ਕਈ ਇਹੋ ਜਿਹੇ ਨੇ ਜਿਹੜੇ ਦੁਰਮਤ ਤੋਂ ਹਟਦੇ ਹੀ ਨਹੀਂ, ਭੈੜੀ ਮਤ ਤੋਂ ਹਟਦੇ ਹੀ ਨਹੀਂ, ਆਪਣੀ ਨਿੱਜ ਮਤ ਨੂੰ ਤਿਆਗਣ ਲਈ ਤਿਆਰ ਹੁੰਦੇ ਹੀ ਨਹੀਂ। ਮਦ ਮਾਇਆ ਕਹਿ ਭਇਓ ਬਾਬਰੋ, ਮਾਇਆ ਦੇ ਨਸ਼ੇ ਵਿੱਚ, ਮਾਇਆ ਕਹੀਏ ਬੁਰੇ ਕੰਮ, ਬੁਰੇ ਕੰਮਾਂ ਦੇ ਨਸ਼ੇ ਦੇ ਵਿੱਚ ਭਇਓ ਬਾਬਰੋ। ਬਾਬਰੋ ਦਾ ਅਰਥ ਬੌਲੇ ਹੋ ਜਾਂਦੇ ਆ, ਝੱਲੇ ਹੋ ਜਾਂਦੇ ਆ। ਮਦ ਮਾਇਆ ਕਹਿ ਭਇਓ ਬਾਬਰੋ, ਹਰ ਜਸ ਨਾ ਉਚਰੈ। ਪਰਮੇਸ਼ਰ ਦੀ ਸਿਫਤ ਸਲਾਹ ਦੀ ਗੱਲ ਉਚਰ ਹੀ ਨਹੀਂ ਸਕਦੇ, ਉਚਾਰ ਹੀ ਨਹੀਂ ਸਕਦੇ, ਉਹ ਬਿਆਨ ਇਹਨਾਂ ਤੋਂ ਹੋ ਹੀ ਨਹੀਂ ਪਾਉਂਦਾ। ਮਦ ਮਾਇਆ ਕਹਿ ਭਇਓ ਬਾਬਰੋ, ਹਰ ਜਸ ਨਾ ਉਚਰੈ। ਪਰਮੇਸ਼ਰ ਦਾ ਜਸ, ਰੱਬ ਦੀ ਵਡਿਆਈ ਇਹਨਾਂ ਤੋਂ ਉਚਾਰਨ ਹੋ ਹੀ ਨਹੀਂ ਪਾਉਂਦੀ, ਕਰ ਹੀ ਨਹੀਂ ਸਕਦੇ। ਗੁਰੂ ਸਾਹਿਬ ਕਹਿੰਦੇ ਇਹੋ ਜਿਹੀ ਹਾਲਤ ਹੋ ਜਾਂਦੀ ਹੈ, ਕਿਉਂਕਿ ਸੁਭਾਅ ਦਾ ਹਿੱਸਾ ਜਦੋਂ ਬਣ ਗਿਆ ਨਾ, ਫਿਰ ਉਹ ਜਿਹੜੀ ਗੱਲ ਤੁਹਾਡੇ ਸੁਭਾਅ ਦਾ ਹਿੱਸਾ ਬਣ ਗਈ ਇੱਕ ਦਫਾ, ਆਦਤ ਜਿਹੜੀ ਇੱਕ ਦਫਾ ਪੱਕ ਗਈ, ਪੱਕੀ ਹੋਈ ਆਦਤ ਨੂੰ ਹਟਾਉਣਾ ਬੜਾ ਔਖਾ ਹੋ ਜਾਂਦਾ।
ਬਹੁਤ ਔਖਾ। ਬਸ ਉਹ ਆਦਤ ਉੱਪਰ ਹੀ ਗੁਰੂ ਸਾਹਿਬ ਹੁਣ ਇੱਥੇ ਗੱਲ ਕਰ ਰਹੇ ਨੇ ਬਈ ਮਾਇਆ ਦਾ ਨਸ਼ਾ ਇਹਨੂੰ ਇਹੋ ਜਿਹਾ ਚਿੰਬੜ ਗਿਆ ਤੇ ਹੁਣ ਪਰਮੇਸ਼ਰ ਦੀ ਤੇ ਨਾਮ ਦੀ ਤੇ ਗੱਲ ਹੀ ਨਹੀਂ ਸੁਣਦਾ, ਧਰਮ ਦੀ ਤੇ ਗੱਲ ਹੀ ਨਹੀਂ ਸੁਣਦਾ, ਚੰਗਿਆਈ ਦੀ ਤੇ ਚੰਗਿਆਈ ਆਲਕ ਹੋਏ, ਬੁਰਿਆਈ ਹੋਏ ਸ਼ੇਰ, ਚੰਗੇ ਕੰਮਾਂ ਵਾਸਤੇ ਤੇ ਆਲਸੀ ਹੋ ਗਿਆ। ਬੁਰੇ ਕਾਮ ਕੋ ਉੱਠ ਖਲੋਇਆ, ਨਾਮ ਕੀ ਵੇਲਾ ਪਹਿ ਪਹਿ ਸੋਇਆ। ਇੱਦਾਂ ਆ। ਪਰ ਗੁਰੂ ਸਾਹਿਬ ਦਾ ਉਪਦੇਸ਼ ਕੀ ਹੈ? ਨਹ ਬਿਲੰਬ ਧਰਮੰ ਬਿਲੰਬ ਪਾਪੰ। ਗੁਰੂ ਸਾਹਿਬ ਕਹਿੰਦੇ ਧਰਮ ਚੰਗੇ ਕੰਮਾਂ ਨੂੰ ਕਰਨ ਵਿੱਚ ਦੇਰੀ ਨਾ ਕਰ, ਮਾੜੇ ਕੰਮ ਕਰਨ ਤੋਂ ਪਹਿਲਾਂ 100 ਵਾਰ ਸੋਚ, ਭਾਵ ਨਾ ਕਰ। ਇਉਂ ਗੁਰਬਾਣੀ ਵਿੱਚੋਂ ਸਿਖਾਉਂਦੇ ਆ। ਪਰ ਕਈ ਆਪਣੀਆਂ ਆਦਤਾਂ ਤੋਂ ਮਜਬੂਰ ਹੁੰਦੇ ਆ, ਕਈ ਆਪਣੀ ਕਰਨੀ ਤੋਂ ਮਜਬੂਰ ਹੁੰਦੇ ਆ। ਸੋ ਉਹ ਜਿਹੜੇ ਕਰਨੀ ਤੋਂ ਮਜਬੂਰ ਨੇ, ਆਦਤਾਂ ਤੋਂ ਮਜਬੂਰ ਨੇ, ਮਾਇਆ ਦਾ ਨਸ਼ਾ ਜਿਨ੍ਹਾਂ ਦੇ ਮਨ ਨੂੰ ਚੜ੍ਹ ਗਿਆ ਆ, ਹੁਣ ਫਿਰ ਉਹ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦੇ। ਹਰ ਜਸ ਨਾ ਉਚਰੈ, ਉਹਨਾਂ ਤੋਂ ਹਰੀ ਜਸ ਰੱਬ ਦੀ ਸਿਫਤ ਸਲਾਹ ਉਚਾਰਨ ਨਹੀਂ ਹੋ ਪਾਉਂਦੀ। ਕਰ ਪਰਪੰਚ ਜਗਤ ਕਉ ਡਾਕੈ। ਪਰਪੰਚ ਦਾ ਅਰਥ ਹੁੰਦਾ ਠੱਗੀ, ਝੂਠ, ਖਲਾਰਾ ਕਰਕੇ ਲੋਕਾਂ ਨੂੰ ਉਹ ਠੱਗਦੇ ਨੇ, ਵਿਖਾਵਾ ਕਰਕੇ, ਛਲ ਕਰਕੇ, ਕਪਟ ਕਰਕੇ ਦੁਨੀਆ ਨੂੰ ਠੱਗਦੇ ਨੇ। ਆਪਣੋ ਉਦਰ ਭਰੈ, ਤੇ ਆਪਣੇ ਉਦਰ ਭਰਦੇ ਆ, ਢਿੱਡ ਭਰਦੇ ਆ ਲੋਕਾਂ ਨੂੰ ਠੱਗ ਕੇ। ਵੱਡੀਆਂ ਵੱਡੀਆਂ ਗੱਲਾਂ ਕਰਕੇ, ਚੰਗੀਆਂ ਚੰਗੀਆਂ ਗੱਲਾਂ ਕਰਕੇ ਇੱਦਾਂ ਠੱਗ ਕੇ ਲੈ ਜਾਂਦੇ ਆ, ਲੁੱਟ ਕੇ ਲੈ ਜਾਂਦੇ ਆ ਲੋਕਾਂ ਨੂੰ, ਤੇ ਆਪਣੀ ਢਿੱਡ ਭਰਦੇ ਆ। ਬਸ ਉਹ ਫਿਰ ਲੁੱਟੇ ਹੋਏ ਨਾਲ। ਵੇਖਣ ਨੂੰ ਤੇ ਇਉਂ ਲੱਗਦਾ ਵੀ ਇਹ ਬੜੇ ਭਗਤ ਹੋਣਗੇ, ਸਾਧ ਹੋਣਗੇ, ਪਰ ਪਤਾ ਤੇ ਉਦੋਂ ਹੀ ਚੱਲਦਾ ਆ ਜਦੋਂ ਆਪਣੋ ਉਦਰ ਭਰੈ। ਕਰ ਪਰਪੰਚ, ਠੱਗੀਆਂ ਮਾਰ ਕੇ, ਵਿਖਾਵੇ ਕਰਕੇ, ਛਲ ਕਰਕੇ, ਕਪਟ ਕਰਕੇ, ਠੱਗ ਠੱਗ ਕੇ ਲੋਕਾਂ ਨੂੰ ਆਪਣੋ ਉਦਰ ਭਰੈ। ਇਹੋ ਜਿਹੀ ਹਾਲਤ ਇਹਨਾਂ ਲੋਕਾਂ ਦੀ। ਇਸੇ ਲਈ ਮਨ ਉੱਪਰ ਗੁਰੂ ਸਾਹਿਬ ਗੱਲ ਕਰਦੇ ਆ ਵੀ ਇਹ ਮੰਨਦਾ ਕਿਉਂ ਨਹੀਂ, ਕਿਉਂਕਿ ਬੁਰੇ ਕੰਮਾਂ ਦੀ ਇਹਨੂੰ ਆਦਤ ਪੈ ਗਈ। ਅੱਗੋਂ ਦੱਸਦੇ ਨੇ, ਸਵਾਨ ਪੂਛ ਜਿਉਂ ਹੋਏ ਨਾ ਸੁਧੋ। ਕੁੱਤੇ ਦੀ ਪੂਛ ਹੁੰਦੀ ਹੈ ਨਾ, ਏਦਾਂ ਕੁੱਤੇ ਦੀ ਪੂਛ, ਉਹਨੂੰ ਫੜ ਕੇ ਸਿੱਧੀ ਕਰੋ, ਛੱਡੋਗੇ ਫਿਰ ਵਿੰਗੀ। ਸਿਆਣੇ ਕਹਿੰਦੇ ਕੁੱਤੇ ਦੀ ਪੂਛ ਨੂੰ 12 ਸਾਲ ਤੁਸੀਂ ਪਾਈਪ 'ਚ ਵੀ ਪਾ ਕੇ ਰੱਖੋ, ਜਦੋਂ ਕੱਢੋਗੇ ਉਹ ਫਿਰ ਵਿੰਗੀ ਹੋਏਗੀ। ਜਦੋਂ ਉਹਦੀ ਆਦਤ ਹੈ ਵਿੰਗਾ ਹੋਣਾ। ਹੋਏ ਨਾ ਸੁਧੋ ਕਹਿਓ ਨਾ ਕਾਨ ਧਰੈ। ਬਸ ਇੱਦਾਂ ਹੀ, ਜਿੱਦਾਂ ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ, ਇੱਦਾਂ ਹੀ ਇਹਨਾਂ ਦੀ ਆਦਤ ਬਣ ਗਈ, ਕੁੱਤੇ ਦੀ ਪੂਛ ਵਾਂਗ ਹੋ ਗਈ ਕਈ ਲੋਕਾਂ ਦੀ ਆਦਤ। ਕਹਿਓ ਨਾ ਕਾਨ ਧਰੈ, ਜਿੰਨਾ ਮਰਜ਼ੀ ਇਹਨਾਂ ਨੂੰ ਆਖਿਆ ਜਾਏ ਕੰਨ ਤੇ ਜੂੰ ਨਹੀਂ ਸਰਕਦੀ, ਇਹਨਾਂ ਨੂੰ ਅਕਲ ਨਹੀਂ ਆਉਂਦੀ। ਬੜਾ ਸਮਝਾ ਸਮਝਾ ਜ਼ੋਰ ਲਾ ਲਿਆ, ਸੀਖ ਸਿਖਾਏ ਰਹੇ ਹੋ ਆਪਣੀ ਸੀ। ਸਿੱਖਿਆ ਦੇ ਦੇ ਕੇ, ਸਮਝਾ ਸਮਝਾ ਕੇ ਥੱਕ ਗਏ ਆ, ਪਰ ਦੁਰਮਤ ਤੇ ਨਾ ਧਰੈ। ਕਹਿਓ ਨਾ ਕਾਨ ਧਰੈ, ਕਹੀ ਗੱਲ ਕੰਨ ਨਹੀਂ ਧਰਦੇ। ਕਿਉਂ? ਹਾਲਤ ਐਸੀ ਹੋ ਗਈ। ਤੁਹਾਡੇ ਆਲੇ ਦੁਆਲੇ ਹੋਣੇ ਐਸੇ ਲੋਕ, ਵੇਖ ਸਕਦੇ ਹੋ ਤੁਸੀਂ। ਕਹੋ ਨਾਨਕ ਭਜ ਰਾਮ ਨਾਮ ਨਿਤ, ਜਾਂ ਤੇ ਕਾਜ ਸਰੈ। ਇਸ ਲਈ ਭਾਈ, ਜੇ ਚਾਹੁੰਦੇ ਹਾਂ ਵੀ ਜ਼ਿੰਦਗੀ ਸਵਰੇ, ਜੀਵਨ ਸਵਰੇ, ਹਾਲਤ ਸਾਡੀ ਬੁਰੇ ਕੰਮਾਂ 'ਚ ਪੈ ਕੇ ਜ਼ਿੰਦਗੀ ਸਾਡੀ ਬੁਰਾਈ ਵਿੱਚ ਹੀ ਨਾ ਬੀਤ ਜਾਏ। ਕੋਈ ਪਤਾ ਨਹੀਂ ਗੁਰੂ ਸਾਹਿਬ ਇੰਨਾ ਜ਼ੋਰ ਕਿਉਂ ਲਾ ਰਹੇ ਨੇ ਸਮਝਾਉਣ 'ਤੇ, ਕਿਉਂਕਿ ਗੁਰੂ ਸਾਹਿਬ ਇਹ ਵੀ ਸਾਨੂੰ ਦੱਸਦੇ ਵੀ ਕੋਈ ਪਤਾ ਨਹੀਂ ਜ਼ਿੰਦਗੀ ਦਾ, ਠੀਕਰੇ ਨੇ ਕਦੋਂ ਫੁੱਟ ਜਾਣਾ, ਇਸ ਗੁਬਾਰੇ ਦੀ ਫੂਕ ਕਦੋਂ ਨਿਕਲ ਜਾਣੀ ਆ ਸਰੀਰ ਨੇ ਕਦੋਂ ਨਾਸ਼ ਹੋ ਜਾਣਾ, ਪਤਾ ਨਹੀਂ ਨਾ। ਕਿਹੜਾ ਦਮ ਆਖਰੀ ਦਮ ਹੋ ਜਾਏ, ਕਿਹੜਾ ਸਮਾਂ ਅੰਤਲਾ ਸਮਾਂ ਹੋ ਜਾਏ, ਨਹੀਂ ਪਤਾ ਇਸ ਗੱਲ ਦਾ। ਜਦੋਂ ਸਾਨੂੰ ਇਸ ਗੱਲ ਦਾ ਪਤਾ ਨਹੀਂ ਆ, ਫਿਰ ਇੱਕ ਇੱਕ ਪਲ ਨੂੰ ਸਵਾਰਦੇ ਕਿਉਂ ਨਹੀਂ, ਭਲਾ ਕਿਉਂ ਨਹੀਂ ਬਣਾਉਂਦੇ, ਚੰਗਾ ਕਿਉਂ ਨਹੀਂ ਬਣਾਉਂਦੇ। ਚੰਗਾ ਬਣਾਈਏ, ਕੋਈ ਪਤਾ ਨਹੀਂ ਕਿਹੜਾ ਪਲ ਸਾਡਾ ਆਖਰੀ ਪਲ ਹੋਵੇ। ਇਸ ਲਈ ਕਹੋ ਨਾਨਕ ਭਜ ਰਾਮ ਨਾਮ ਨਿਤ, ਰਾਮ ਨਾਮ ਨੂੰ ਭਜਿਆ ਕਰ, ਜਾਂ ਤੇ ਕਾਜ ਸਰੈ, ਜਿਹਦੇ ਨਾਲ ਤੇਰਾ ਜ਼ਿੰਦਗੀ ਵਾਲਾ ਕਾਰਜ ਸਰੇਗਾ, ਇਹ ਜੀਵਨ ਵਾਲਾ ਕਾਰਜ ਸੌਰ ਜਾਏਗਾ, ਪੂਰਾ ਹੋ ਜਾਏਗਾ। ਸੋ ਇਉਂ ਸਮਝਾਇਆ ਹੈ। ਅਗਲੇ 2 ਸ਼ਬਦ ਹਨ ਰਾਗ ਦੇਵਗੰਧਾਰੀ ਵਿੱਚ, ਉਹ ਆਪਾਂ ਅਗਲੇ ਐਪੀਸੋਡ ਵਿੱਚ ਉਹਨਾਂ ਦੇ ਉੱਪਰ ਵਿਚਾਰ ਕਰਦੇ ਹਾਂ। ਫਿਲਹਾਲ ਆਪਾਂ ਇੱਥੇ ਆਪਣੀ ਗੱਲ ਨੂੰ ਮੁਕਾਉਂਦੇ ਹਾਂ। ਜੁੜੇ ਰਹੋ ਸਾਡੇ ਨਾਲ YouTube ਚੈਨਲ ਜਸਵਿੰਦਰ ਸਿੰਘ ਬਡਰੁੱਖਾਂ ਉੱਪਰ। ਬਹੁਤ ਬਹੁਤ ਧੰਨਵਾਦ ਆਪ ਸਭ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।